ਹਰਪ੍ਰੀਤ ਆਹਲੂਵਾਲੀਆ, ਮੇਰੇ ਸਾਥੀ ਵਿੱਕੀ ਵਡੇਰਾ ਜੀ AV18 ਨਿਊਜ਼ ਤੋਂ। AV18 ਨਿਊਜ਼ ਹਰ ਉਹ ਖਬਰ ਤੁਹਾਡੇ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਜਿਹਦਾ ਕਿ ਸਿੱਧਾ ਜਾਂ ਸਿੱਧੇ ਰੂਪ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਨਾ ਕੋਈ ਜੁੜਾਵ ਹੋਵੇ। ਕੱਲ ਤੋਂ ਕੇਂਦਰ ਸਰਕਾਰ ਵੱਲੋਂ 14 ਜਿਹੜੀਆਂ ਡਰੱਗਸ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਵਾ, ਜਿਹਨੂੰ ਲੈ ਕੇ ਕਿ ਕਿਤੇ ਨਾ ਕਿਤੇ ਅਸਮੰਜਸ ਦਾ ਇੱਕ ਮਾਹੌਲ ਬਣਿਆ ਹੋਇਆ ਵਾ ਕਿ ਕਿਉਂ ਕਰ ਦਿੱਤਾ ਗਿਆ। ਜਿਹੜੇ ਐਕਸਪਰਟਸ ਨੇ, ਜਿਹੜੇ ਇਹ ਫੀਲਡ ਦੇ ਮਾਹਰ ਨੇ, ਉਹ ਆਪਾਂ ਨੂੰ ਬਿਲਕੁਲ ਕਲੀਅਰ ਦੱਸ ਸਕਦੇ ਨੇ ਕਿ ਇਹ ਜਿਹੜੀਆਂ ਡਰੱਗਾਂ ਬੈਨ ਹੋਈਆਂ ਨੇ ਕੀ ਇਹਨਾਂ ਦੇ ਕਾਰਨ ਸੀ ਤੇ ਕੀ ਇਹਨਾਂ ਦਾ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਮਝ ਲਓ ਇਹਦਾ ਬੈਨੀਫਿਟ ਮਿਲਦਾ ਸੀਗਾ। ਗੱਲ ਕਰਦੇ ਹਾਂ ਸਾਡੇ ਖੰਨੇ ਦੇ SMO ਭਸੀਨ ਸਾਹਿਬ ਨਾਲ। ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ। ਥੈਂਕ ਯੂ ਜੀ, ਥੈਂਕ ਯੂ ਸਰ। ਸਰ ਦੇਖਿਆ ਵੇ ਜੀ ਕੱਲ ਕੇਂਦਰ ਸਰਕਾਰ ਵੱਲੋਂ ਜਿਹੜੀਆਂ 14 ਡਰੱਗ ਬੈਨ ਕੀਤੀਆਂ ਗਈਆਂ ਨੇ ਸਰ, ਇਹਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਹੋ ਹੱਲਾ ਮਚਿਆ ਹੋਇਆ ਵਾ। ਇੱਕ ਅਸਮੰਜਸ ਹੈ ਕਿ ਇਹ ਡਰੱਗਾਂ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਦਿੰਦੇ ਸੀ। ਤਾਂ ਤੁਹਾਡੇ ਹਿਸਾਬ ਨਾਲ ਸਰ ਅਜਿਹੇ ਕੀ ਕਾਰਨ ਹੋਏ ਜਿਨ੍ਹਾਂ ਕਰਕੇ ਕੇਂਦਰ ਸਰਕਾਰ ਨੇ ਇਹ ਜਿਹੜੀਆਂ ਡਰੱਗ ਹੈ ਬੈਨ ਕੀਤੀਆਂ? ਸੁਪਰੀਮ ਕੋਰਟ ਦੇ ਐਕਸਪਰਟ ਪੈਨਲ 2016 ਦੇ ਵਿੱਚ ਜਿਹੜਾ ਹੈ ਗੌਰਮੈਂਟ ਨੂੰ ਕਿਹਾ ਸੀ ਕੌਂਸਟੀਟਿਊਟ ਕਰੋ, ਜਿਹੜਾ ਕਿ ਉਹਨਾਂ ਨੇ ਕੌਂਸਟੀਟਿਊਟ ਕੀਤਾ ਔਰ ਉਹਨਾਂ ਨੇ ਦੱਸਿਆ ਕਿ 344 ਫਿਕਸ ਡਰੱਗ ਕੰਬੀਨੇਸ਼ਨ ਉਹਨਾਂ ਨੇ ਬੈਨ ਕੀਤੇ ਸੀਗੇ। ਉਹ 344 ਦੇ ਵਿੱਚੋਂ ਹੀ ਇਹ 14 ਕੀ ਕਹਿੰਦੇ ਜਿਹੜੀਆਂ ਹੈ ਡਰੱਗਸ ਫਿਕਸ ਡਰੱਗ ਕੰਬੀਨੇਸ਼ਨਸ ਹੈਗੀਆਂ ਉਹ ਇਹਨਾਂ ਨੇ ਬੈਨ ਕੀਤੀਆਂ ਹੈਗੀਆਂ। ਅਤੇ ਜਿਹੜਾ ਇਹਦੇ ਵਿੱਚ ਮੇਨ ਗੱਲ ਹੈ ਫਿਕਸ ਡਰੱਗ ਕੰਬੀਨੇਸ਼ਨਸ ਕੀ ਹੁੰਦੀਆਂ ਕਿ ਵੀ ਦੋ ਜਾਂ ਤਿੰਨ ਕੀ ਕਹਿੰਦੇ ਦਵਾਈਆਂ ਜਾਂ ਉਸ ਤੋਂ ਵੱਧ ਜਿਹੜੀਆਂ ਦਵਾਈਆਂ ਉਹਨਾਂ ਨੂੰ ਇਹ ਹੁੰਦਾ ਕਿ ਵੀ ਪਤਾ ਨਹੀਂ ਹੁੰਦਾ ਕਿ ਵੀ ਕਿਹੜੀ ਦਵਾਈ ਦੇ ਨਾਲ ਮਤਲਬ ਕੋਈ ਥੈਰਾਪੇਟਿਕ ਜਸਟੀਫਿਕੇਸ਼ਨ ਨਹੀਂ ਹੁੰਦੀ ਉਹ ਡਰੱਗਸ ਦੀ, ਅਤੇ ਸਰਕਾਰ ਨੇ ਉਹ ਜਿਹੜੀਆਂ ਹੈ 14 ਦਵਾਈਆਂ ਬੰਦ ਕੀਤੀਆਂ ਹੈਗੀਆਂ। ਇਹਨਾਂ ਦੇ ਵਿੱਚ ਮੇਨ ਉਹਨਾਂ ਦਾ ਜਿਹੜਾ ਥਿੰਕਿੰਗ ਹੈ ਕਿ ਵੀ ਐਕਸਪਰਟ ਇਹ ਗੱਲ ਕਹਿੰਦੇ ਆ ਕਿ ਵੀ ਜਿਹੜਾ ਇਹ ਕੰਬੀਨੇਸ਼ਨਸ ਹੈਗੇ ਆ ਫਿਕਸ ਡਰੱਗ ਕੰਬੀਨੇਸ਼ਨਸ, ਇਹਨਾਂ ਦਾ ਕੋਈ ਐਡਿਡ ਐਡਵਾਂਟੇਜ ਨਹੀਂ ਹੈਗਾ। ਇਹ ਹੋ ਸਕਦਾ ਹੈ ਇਹਨਾਂ ਦੇ ਕਰਕੇ ਕੋਈ ਸਾਈਡ ਇਫੈਕਟ ਹੋਵੇ, ਕਿਉਂਕਿ 2 ਦਵਾਈਆਂ ਜੇ ਜਾਂ 3 ਦਵਾਈਆਂ ਇਕੱਠੀਆਂ ਹੋਣਗੀਆਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਲੱਗ ਜੂਗਾ ਕਿ ਵੀ ਕਿਸ ਦਵਾਈ ਦੇ ਨਾਲ ਰਿਐਕਸ਼ਨ ਹੋਇਆ। ਇਸ ਕਰਕੇ ਉਹ ਸਿੰਗਲ ਡਰੱਗਸ ਹੀ ਦੇਣਾ ਚਾਹੁੰਦੇ ਆ ਜਿਨ੍ਹਾਂ ਦਾ ਜਸਟੀਫਿਕੇਸ਼ਨ, ਜਿਸ ਦਾ ਉਹਨਾਂ ਨੂੰ ਪਤਾ ਹੋਵੇ ਕੀ ਰਿਐਕਸ਼ਨਸ ਹੈ ਅਤੇ ਕੀ ਉਹਨਾਂ ਦਾ ਟਰੀਟਮੈਂਟ ਹੈਗਾ। ਉਸ ਪੁਆਇੰਟ ਆਫ ਵਿਊ ਦੇ ਨਾਲ ਸਿੰਗਲ ਡਰੱਗਸ ਨੂੰ ਹੀ ਦੇਣਾ ਚਾਹੁੰਦੇ ਆ। ਜਿਵੇਂ ਕਿ ਸਰ ਨੇ ਦੱਸਿਆ ਕਿ ਐਸੋਸੀਏਟ ਡਰੱਗ ਨੇ, ਜਿਵੇਂ ਆਪਾਂ 2 ਜਾਂ 3 ਦਵਾਈਆਂ ਲੈਂਦੇ ਹਾਂ, ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸਦਾ ਉਹਦੇ ਵਿੱਚ ਕੀ ਦਵਾਈ ਕੀ ਅਸਰ ਦਿਖਾਉਂਦੀ ਹੈ, ਕੀ ਉਹਦੇ ਨਾਲ ਇਨਫੈਕਸ਼ਨ ਹੁੰਦੀ ਹੈ, ਰਿਐਕਸ਼ਨ ਹੁੰਦਾ, ਜਾਂ ਉਹ ਚੀਜ਼ ਕੀ ਪੋਜ਼ੀਟਿਵਲੀ ਰਨ ਕਰ ਰਹੀ ਹੈ ਬਾਡੀ ਨੂੰ, ਉਹ ਬੈਨੀਫਿਟ ਦੇ ਰਹੀ ਹੈ। ਜਿਹੜੇ ਬੈਨੀਫਿਟ ਕਰਕੇ ਆਪਾਂ ਲਿੱਤੀ ਹੈ ਸਰ, ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਡਰੱਗ ਕੰਟਰੋਲ ਨਾਲ ਵੀ ਇਹਨੂੰ ਜੋੜ ਕੇ ਦੇਖਿਆ ਜਾ ਰਿਹਾ ਕਿ ਇਹਦੇ ਵਿੱਚ ਕੁਝ ਮੈਡੀਸਿਨਸ ਪੇਨ ਕਿਲਰ ਨੇ, ਕੀ ਉਹ ਵੀ ਇਹ ਇੱਕ ਬੇਸ ਹੋ ਸਕਦਾ ਸਰ ਜਿਹਦੇ ਕਰਕੇ ਜਿਹੜੀਆਂ 14 ਡਰੱਗ ਨੇ ਬੈਨ ਕੀਤੀਆਂ? ਇਹਨਾਂ ਦੇ ਵਿੱਚੋਂ ਇੱਕ CPM ਪਲਸ ਕੋਡੀਨ ਦਾ ਕੰਬੀਨੇਸ਼ਨ ਸਿਰਪ, ਜਿਹੜਾ ਕਿ ਕੋਰੈਕਸ ਦੇ ਨਾਮ ਦੇ ਨਾਲ ਬੜਾ ਫਰੀਕੁਐਂਟਲੀ ਯੂਜ਼ ਹੁੰਦਾ ਸੀਗਾ, ਉਹ ਵੀ ਡਰੱਗ ਟੋਟਲੀ ਕੀ ਕਹਿੰਦੇ ਬੈਨ ਕਰ ਦਿੱਤੀ ਹੈ। ਬੇਸਿਕਲੀ ਇਹਦੇ ਵਿੱਚ ਸਾਰੀਆਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਕੁਛ ਕੋਲਡ, ਕਫ ਕੋਲਡ, ਫੀਵਰ, ਇਹਦੇ ਨਾਲ ਰਿਲੇਟਡ, ਇਨਫੈਕਸ਼ਨ ਨਾਲ ਰਿਲੇਟਡ ਸੀਗੀਆਂ। ਅਤੇ ਜਿੱਦਾਂ ਹੁਣ ਨਿਮੋਸੀਲਾਈਡ ਅਤੇ ਪੈਰਾਸੀਟਾਮੋਲ ਦਾ ਕੰਬੀਨੇਸ਼ਨ ਸੀ, ਸੂਮੋ ਬੜਾ ਫਰੀਕੁਐਂਟਲੀ ਯੂਜ਼ਡ ਕੀ ਕਹਿੰਦੇ ਬ੍ਰੈਂਡ ਹੈ, ਉਹ ਵੀ ਇਹਨਾਂ ਨੇ ਬੈਨ ਕਰ ਦਿੱਤਾ ਹੈਗਾ। ਇਹਦੇ ਨਾਲ ਆਮ ਤੌਰ 'ਤੇ ਮਤਲਬ ਲਾਈਕ ਲਿਵਰ ਡਿਸਟਰਬੈਂਸਿਸ, ਰਿਐਕਸ਼ਨਸ, ਕੁਛ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਜਿਹੜੀਆਂ ਕਿ ਨਿਮੋਸੀਲਾਈਡ ਪਲੇਨ ਕਰਕੇ ਵੀ ਆਉਂਦੀਆਂ ਹੈਗੀਆਂ। ਤਾਂ ਇਹ ਓਵਰ ਦਾ ਕਾਊਂਟਰ ਵੀ ਕਾਫੀ ਵਿਕਦੀ ਸੀ, ਜਿੱਦਾਂ ਸੂਮੋ ਕੀ ਕਹਿੰਦੇ ਟੈਬਲੇਟ ਹੈ। ਇਸ ਕਰਕੇ ਇਹ ਜਿਹੀਆਂ ਦਵਾਈਆਂ ਦਾ ਲੋਕਾਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਅਸਰ ਹੋਣ ਵਾਲਾ। ਜਿਵੇਂ ਕਿ ਸਰ ਨੇ ਦੱਸਿਆ ਕਿ ਜਿਹੜੀ ਬੈਡ ਇਫੈਕਟ ਮੈਡੀਸਿਨ ਹੈ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਦੇ ਉੱਤੇ, ਤੁਹਾਡੀ ਸਿਹਤ ਦੇ ਉੱਤੇ ਉਹ ਬੁਰਾ ਅਸਰ ਪਾਉਂਦੀ ਹੈ। ਉਸ ਚੀਜ਼ ਕਰਕੇ ਉਹਨਾਂ ਦਾ ਪ੍ਰੋਪਰ ਉਹਨਾਂ ਨੇ ਆਂਕਲਨ ਕੀਤਾ ਅਤੇ ਉਸ ਤੋਂ ਬਾਅਦ ਬੈਨ ਕੀਤੀ ਹੈ। ਸਰ ਆਮ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਪੈਨਿਕ ਸਿਚੁਏਸ਼ਨ ਹੈ, ਕਿਉਂਕਿ ਕਿਸੇ ਨੂੰ ਬੁਖਾਰ ਚੜ੍ਹਦਾ ਅਗਲਾ ਕਹਿੰਦਾ ਚਲੋ ਪੈਰਾਸੀਟਾਮੋਲ ਲੈ ਲਓ, ਕਾਫ ਹੁੰਦਾ ਜਾਂ ਜ਼ੁਕਾਮ ਹੁੰਦਾ ਤਾਂ ਅਗਲਾ ਕਹਿੰਦਾ ਕੋਰੈਕਸ ਪੀ ਲਓ, ਚਲੋ ਕੁਝ ਟਾਈਮ ਦੇ ਲਈ ਪਾਰਸ਼ਲੀ ਆਪਾਂ ਠੀਕ ਹੋ ਕੇ ਆਪਣਾ ਕੰਮ ਕਰ ਸਕਦੇ ਹਾਂ। ਤਾਂ ਪਬਲਿਕ ਨੂੰ ਸਰ ਇਹ ਚੀਜ਼ ਨਾਲ ਪੈਨਿਕ ਹੋਣ ਦੀ ਕੋਈ ਜ਼ਰੂਰਤ ਹੈ ਜਾਂ ਨਹੀਂ? ਨਹੀਂ, ਇਹਦੇ ਨਾਲ ਬਿਲਕੁਲ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ। ਜਿੱਦਾਂ ਫੋਰ ਐਗਜ਼ਾਮਪਲ ਆਪਾਂ ਫੀਵਰ ਵਾਸਤੇ ਲੈ ਰਹੇ ਹਾਂ ਪੈਰਾਸੀਟਾਮੋਲ, ਇਹ ਤਾਂ ਨਹੀਂ ਹੈ ਉਹਨੂੰ ਬੈਨ ਕੀਤਾ ਹੈ। ਕਈ ਵਾਰੀ ਪੈਰਾਸੀਟਾਮੋਲ, ਜਿੱਦਾਂ ਆਪਾਂ ਪੈਰਾਸੀਟਾਮੋਲ 650 ਹੈ, ਉਹਦੇ ਨਾਲ ਨਹੀਂ ਫੀਵਰ ਹੁੰਦਾ ਤਾਂ ਉਹਦੇ ਵਿੱਚ ਨਿਮੋਸੀਲਾਈਡ ਐਡ ਕਰ ਦਿੰਦੇ ਆ ਤਾਂ ਕਿ ਫੀਵਰ ਕੀ ਕਹਿੰਦੇ ਉਤਰ ਜਾਵੇ ਜਲਦੀ। ਬਟ ਐਕਸਪਰਟਸ ਦਾ ਇਹ ਥਿੰਕਿੰਗ ਹੈ ਕਿ ਇਹ ਕੋਈ ਮਤਲਬ ਖਾਸ ਫਾਇਦਾ ਨਹੀਂ ਕਰਦਾ, ਜਿਹੜਾ ਪੇਸ਼ੈਂਟਸ ਨੂੰ ਕੋਈ ਖਾਸ ਕੀ ਕਹਿੰਦੇ ਇਹਦੇ ਨਾਲ ਫਾਇਦਾ ਨਹੀਂ ਹੁੰਦਾ। ਅਤੇ ਐਕਸਪਰਟਸ ਜਿੱਦਾਂ ਕਹਿੰਦੇ ਹੈ ਉਹਨਾਂ ਨੂੰ ਆਪਾਂ ਨੂੰ ਸੁਣਨਾ ਚਾਹੀਦਾ, ਅਤੇ ਇਹਦੇ ਨਾਲ ਪੈਨਿਕ ਕਰਨ ਵਾਲੀ ਕੋਈ ਗੱਲ ਨਹੀਂ ਹੈ।
ਥੈਂਕ ਯੂ ਵੈਰੀ ਮਚ ਸਰ। ਜਿਵੇਂ ਕਿ ਐਕਸਪਰਟਸ ਦਾ ਕਹਾਣਾ ਹੁੰਦਾ, ਉਹਨਾਂ ਦੀ ਕਹੀ ਗੱਲ ਬਹੁਤ ਅਸਰ ਰੱਖਦੀ ਹੈ, ਬੜਾ ਪ੍ਰਭਾਵ ਰੱਖਦੀ ਹੈ। ਇਹ ਉਹ ਮੈਡੀਸਿਨਾਂ ਨੇ ਜਿਨ੍ਹਾਂ ਦਾ ਕਿ ਫਾਇਦਾ ਘੱਟ ਤੇ ਸਰੀਰ ਨੂੰ ਨੁਕਸਾਨ ਜ਼ਿਆਦਾ ਹੁੰਦਾ ਸੀਗਾ, ਤਾਂ ਕਰਕੇ ਹੋਰ ਵੀ ਜਿਹੜੇ ਸਾਡੇ ਸ਼ਹਿਰ ਦੇ ਮੰਨੇ ਪ੍ਰਮੰਨੇ ਡਾਕਟਰ ਸਾਹਿਬਾਨ ਨੇ, ਉਹਨਾਂ ਤੋਂ ਵੀ ਇਹ ਚੀਜ਼ਾਂ ਦਾ ਕੀ ਪੋਜ਼ਿਟਿਵ ਕੀ ਨੈਗੇਟਿਵ ਅਸਰ ਹੋਇਆ ਵਾ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਜਿਹੜੀਆਂ ਕੇਂਦਰ ਸਰਕਾਰ ਵੱਲੋਂ 14 ਦਵਾਈਆਂ ਬੈਨ ਕੀਤੀਆਂ ਗਈਆਂ ਨੇ, ਉਹਨਾਂ ਨੂੰ ਲੈ ਕੇ ਜਿੱਥੇ ਅਸੀਂ ਤੁਹਾਨੂੰ ਪਹਿਲਾਂ ਐਸਐਮਓ ਭਸੀਨ ਸਾਹਿਬ ਦੀ ਗੱਲਬਾਤ ਸੁਣਾਈ, ਉੱਥੇ ਖੰਨਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਤਪਾਲ ਜੀ ਤੋਂ ਵੀ ਜਾਣਦੇ ਹਾਂ ਕਿ ਜਿਹੜੀਆਂ ਇਹ ਡਰੱਗ ਬੈਨ ਹੋਈਆਂ ਨੇ, ਕੀ ਇਹਨਾਂ ਦਾ ਆਮ ਬੰਦੇ ਦੇ ਉੱਤੇ, ਕੀ ਡਾਕਟਰਾਂ ਦੇ ਉੱਤੇ, ਕੀ ਮੈਡੀਕਲ ਸਟੋਰਾਂ ਦੇ ਉੱਤੇ ਪ੍ਰਭਾਵ ਪਊਗਾ, ਜਾਣਦੇ ਹਾਂ ਪ੍ਰਿਤਪਾਲ ਜੀ ਤੋਂ। ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ। ਸਰ ਆਪਾਂ ਦੇਖਿਆ ਕਿ ਇੱਕਦਮ ਇਹ ਚੀਜ਼ ਜਿਹੜੀ ਇੰਪਲੀਮੈਂਟ ਹੋਈ ਹੈ, ਤਾਂ ਕੁਦਰਤੀ ਗੱਲ ਹੈ, ਹਰੇਕ ਚੀਜ਼ ਦਾ ਇੱਕ ਰਿਐਕਸ਼ਨ ਆਊਗਾ, ਰਿਸਪੌਂਡ ਆਊਗਾ, ਤਾਂ ਤੁਹਾਡੇ ਹਿਸਾਬ ਨਾਲ ਇਹ ਚੀਜ਼ ਦਾ ਕੀ ਰਿਸਪੌਂਸ ਆਊਗਾ ਸਰ? ਮੈਂ ਸਭ ਤੋਂ ਪਹਿਲਾਂ ਤਾਂ ਬਾਲੀਆ ਸਾਹਿਬ ਔਰ ਬਡੇਰਾ ਸਾਹਿਬ ਦਾ ਇਸ ਜਿਹੜਾ ਅੱਜ ਦਾ ਤਾਜ਼ਾ ਮੁੱਦਾ ਹੈ ਉਹਦੇ ਉੱਤੇ ਮੈਂ ਵਧਾਈਆਂ ਦਿੰਦਾ ਵੀ ਇਹ ਰਿਕਵਰ ਕਰ ਰਹੇ ਨੇ। ਔਰ ਜਿਹੜਾ ਅੱਜ ਦਾ ਕੇਂਦਰ ਸਰਕਾਰ ਨੇ ਇਹ 300 ਕੁਝ ਦਵਾਈਆਂ ਸੀਗੀਆਂ ਜਿਨ੍ਹਾਂ ਚੋਂ ਕਿ ਕੁਝ ਬੈਨ ਕੀਤੀਆਂ ਨੇ, ਔਰ ਉਹਨਾਂ ਦੀ ਜਿਹੜੀ ਰੂਪਰੇਖਾ ਹੈ ਉਹ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਵੀ ਉਹ ਟੋਟਲੀ ਬੈਨ ਨੇ। ਬੈਨ ਤੇ ਜਿੱਥੇ ਆਮ ਬੰਦੇ ਦੇ ਉੱਤੇ ਅਸਰ ਪੈਣ ਦੀ ਗੱਲ ਹੈ, ਉਹ ਕੋਈ ਅਸਰ ਨਹੀਂ ਪਏਗਾ। ਆਮ ਵਪਾਰ ਦੇ ਉੱਤੇ ਕੋਈ ਅਸਰ ਪਏਗਾ, ਕੋਈ ਅਸਰ ਨਹੀਂ ਪਏਗਾ। ਉਹ ਜਿਹੜੀਆਂ ਕਿਸੇ ਵੀ ਮੈਡੀਕਲ ਲਾਈਨ ਦੇ ਉੱਤੇ ਜਿੰਨੀ ਵੀ ਦਵਾਈਆਂ ਬਣਦੀਆਂ ਨੇ, ਉਹਨਾਂ ਦਾ ਇੱਕ ਸਟਰਕਚਰ ਤਿਆਰ ਹੁੰਦਾ ਹੈ, ਔਰ ਉਹਦੇ ਬਾਅਦ ਉਹਦੀਆਂ ਸਾਈਡ ਇਫੈਕਟਸ ਦੇਖੀਆਂ ਜਾਂਦੀਆਂ ਨੇ। ਹਰੇਕ ਲੋਟ ਦਾ ਵੀ ਇੱਕ ਚੈੱਕ ਮਤਲਬ ਉਹਨੂੰ ਚੈਕਿੰਗ ਕਰਦੇ ਨੇ, ਲੈਬੋਰਟਰੀ ਚੈੱਕ ਹੁੰਦੀਆਂ, ਔਰ ਉਹ ਐਨੀਮਲ ਪਲਾਂਟਸ ਦੇ ਉੱਤੇ ਚੈੱਕ ਹੁੰਦੀਆਂ ਨੇ। ਉਹਦੇ ਬਾਅਦ ਉਹ ਕਿਤੇ ਵਪਾਰ 'ਚ ਆਉਂਦੀਆਂ ਨੇ। ਅਗਰ ਉਹਦੇ ਦੇਖ ਰਹੇ ਨੇ ਵੀ ਲੌਂਗ ਟਰਮ 'ਚ ਕਿਸੇ ਦਵਾਈ ਦਾ ਅਸਰ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਪੈ ਰਿਹਾ, ਉਹਨਾਂ ਦੀ ਕਿਡਨੀ ਡਿਸਆਰਡਰਸ ਹੋ ਰਹੀਆਂ ਨੇ, ਜਾਂ ਨਾ ਕਿ ਲੀਵਰ ਡਿਸਆਰਡਰਸ ਹੋ ਰਿਹਾ ਹੈ, ਉਸ ਚੱਕਰ ਦੇ ਵਿੱਚ ਜਿਹੜੇ ਸਾਇੰਟਿਸਟ ਨੇ, ਸਾਡੇ ਫਾਰਮਾਸਿਊਟੀਕਲ ਦੇ ਸਾਇੰਟਿਸਟ ਨੇ, ਉਹਨਾਂ ਦੀ ਜਿਹੜੀ ਮਤਲਬ ਸਲਾਹ ਹੁੰਦੀ ਹੈ ਵੀ ਆਮ ਜਨਤਾ ਤੱਕ ਇਹ ਦਵਾਈਆਂ ਨਾ ਪਹੁੰਚਣ। ਜਿੱਥੇ ਕਿ ਕੇਂਦਰ ਸਰਕਾਰ ਨੇ, ਉੱਥੇ ਬੜੇ ਬੜੇ ਐਕਸਪਰਟ ਨੇ, ਉਹਨਾਂ ਨੇ ਆਪਣੀਆਂ ਦਲੀਲਾਂ ਦੇ ਕੇ ਇਸ ਚੀਜ਼ ਨੂੰ ਵਜੂਦ 'ਚ ਲੈ ਕੇ ਆਏ ਨੇ ਵੀ ਆਮ ਜਨਤਾ ਦੇ ਵਿੱਚ ਇਹ ਦਵਾਈਆਂ ਅਗਰ ਉਹ ਰੈਗੂਲਰ ਖਾਂਦੇ ਨੇ ਤਾਂ ਉਹਦਾ ਇੱਕ ਲੰਬਾ ਅਸਰ ਜਿਹੜਾ ਹੈ ਉਹਦੇ ਨਾਲ ਉਹਨਾਂ ਨੂੰ ਬਹੁਤ ਪ੍ਰੋਬਲਮਸ ਆ ਸਕਦੀਆਂ ਨੇ। ਜਿਵੇਂ ਕਿ ਪ੍ਰਿਤਪਾਲ ਜੀ ਨੇ ਦੱਸਿਆ ਕਿ ਇਹ ਚੀਜ਼ ਦਾ ਮਾਰਕੀਟਿੰਗ ਦੇ ਉੱਤੇ ਜਾਂ ਮੈਡੀਕਲ ਸਟੋਰਾਂ ਦੇ ਉੱਤੇ ਜਾਂ ਆਮ ਆਦਮੀ ਦੀ ਜ਼ਿੰਦਗੀ ਤੇ ਕੋਈ ਪ੍ਰਭਾਵ ਜ਼ਿਆਦਾ ਨਹੀਂ ਪੈਣਾ ਹੈਗਾ, ਉਹ ਚੀਜ਼ ਦਾ ਕੋਈ ਨਾ ਕੋਈ ਅਲਟਰਨੇਟਿਵ ਨਿਕਲਿਆ ਹੋ। ਸਰ ਆਪਾਂ ਦੇਖਿਆ ਵਾ ਕਿ ਬੜੀਆਂ ਚੀਜ਼ਾਂ ਦੀ ਹਰੇਕ ਟਾਈਮ ਬਿਹਤਰ ਤੋਂ ਹੋਰ ਜ਼ਿਆਦਾ ਬਿਹਤਰ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਸਰਕਾਰਾਂ ਕਰਦੀਆਂ ਨੇ, ਅਲੱਗ-ਅਲੱਗ ਅਦਾਰੇ ਕਰਦੇ ਨੇ। ਸਰ ਹੁਣ ਬੜੇ ਚਿਰ ਤੋਂ, ਜਿਵੇਂ ਇਹਦੇ ਵਿੱਚ ਖਾਸ ਲੈ ਲਈਏ ਪੈਰਾਸੀਟਾਮੋਲ ਜਾਂ ਜਿਹੜੀ ਕਫ ਸਿਰਪ ਸੀਗੀ ਕੋਰੈਕਸ, ਉਹ ਬੜੇ ਚਿਰਾਂ ਤੋਂ ਚੱਲੀ ਆ ਰਹੀ ਹੈ। ਸਰ ਜਿਹੜੇ ਇਹ ਚੀਜ਼ ਦੇ ਕਾਫੀ ਟਾਈਮ ਤੋਂ ਯੂਜ਼ ਕਰ ਰਹੇ ਨੇ, ਕੀ ਉਹਨਾਂ ਦੇ ਉੱਤੇ ਇਹ ਚੀਜ਼ ਦਾ ਕੋਈ ਨੈਗੇਟਿਵ ਅਸਰ ਦੇਖਣ ਨੂੰ ਮਿਲ ਸਕਦਾ ਸਰ? ਸਰ ਬਿਲਕੁਲ ਨਹੀਂ, ਮੇਰੇ ਹਿਸਾਬ ਨਾਲ ਤਾਂ ਕੋਈ ਅਸਰ ਆਮ ਇਹਦਾ ਨਾ ਕੀ ਹੈ ਪਬਲਿਕ ਤੇ ਨਹੀਂ ਪੈਣਾ। ਮੈਂ ਜਿੱਥੇ ਤੱਕ ਇਹ ਤੁਹਾਨੂੰ ਦੱਸ ਦਵਾਂ, ਪੈਰਾਸੀਟਾਮੋਲ ਆਲ ਇਨ ਵਰਲਡ ਇਹ ਯੂਰਪ 'ਚ ਵੀ ਇਹਦਾ ਨਾ ਕੀ ਆਲਰੇਡੀ ਇਹ ਤੇ ਕੰਟਰੋਲ ਬਹੁਤ ਜ਼ਿਆਦਾ ਹੈ, ਕਿਉਂਕਿ ਉੱਥੇ ਟੈਨਲ 1, ਟੈਨਲ 2, ਟੈਨਲ 3, ਜਿੱਥੇ ਕਿ 325 mg ਪੈਰਾਸੀਟਾਮੋਲ ਹੁੰਦਾ ਹੈ, ਫਿਰ ਉਹਦੇ ਬਾਅਦ 500 mg ਪੈਰਾਸੀਟਾਮੋਲ ਹੁੰਦਾ ਹੈ, ਔਰ ਉਹਦੇ ਬਾਅਦ 650 mg ਜਿਹੜਾ ਟੈਨਲ 3 ਹੈ। ਸੋ ਉਰੇ ਮੈਂ ਇਹ ਵੀ ਦੇਖਦਾ ਵੀ ਜਿੱਥੇ ਕਿ ਓਪਨ ਮਾਰਕੀਟ ਦੇ ਵਿੱਚ ਪੈਰਾਸੀਟਾਮੋਲ ਆਮ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ, ਜਿਵੇਂ ਕਿ ਡੋਲੋ 650 ਹੈ, ਉਹ ਆਮ ਲੋਕਾਂ ਦੇ ਵਿੱਚ ਹਰੇਕ ਬੰਦੇ ਨੇ 1-1, 2-2 ਪੱਤੇ ਘਰਾਂ 'ਚ ਰੱਖ ਲਏ। ਕੋਵਿਡ ਦੇ ਬਾਅਦ ਇਹਦਾ ਜ਼ਿਆਦਾ ਸੇਲ ਹੋਈ ਹੈ, ਔਰ ਤੁਸੀਂ ਦੇਖਿਆ ਵੀ ਮਾਈਕਰੋ ਦੇ ਉੱਤੇ ਕਿਤੇ ਤਾਂ ਨਾ ਕਿ ਇਸ ਬਾਰੇ ਗੱਲ ਦੀ ਚਰਚਾ 'ਚ ਵੀ ਆਈਆਂ ਨੇ। ਸੋ ਜਿੱਥੇ ਆਪਾਂ ਪੈਰਾਸੀਟਾਮੋਲ 325 mg ਲੈ ਸਕਦੇ ਹਾਂ, ਉੱਥੇ ਆਪਾਂ 650 mg ਲੈ ਰਹੇ ਹਾਂ, ਤੇ ਆਮ ਲੋਕਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਲੋਕੀ ਸਮਝਦੇ ਨਹੀਂ। ਸੋ ਇਹ ਜਦ ਬੈਨ ਹੋਣਗੀਆਂ ਤਾਂ ਲੋਕਾਂ ਦੀ ਸਿਹਤ ਅੱਛੀਆਂ ਹੋਣਗੀਆਂ ਔਰ ਉਹ ਕਿਸੇ ਖਤਰੇ ਤੋਂ ਦੂਰ ਰਹਿਣਗੇ। ਬਿਲਕੁਲ ਸਹੀ ਸਰ ਨੇ ਬੜਾ ਵਧੀਆ ਸ਼ਾਰਟ ਐਂਡ ਬਰੀਫ ਦੱਸਿਆ ਹੈ ਕਿ ਇਹ ਜਿਹੜੀਆਂ ਦਵਾਈਆਂ ਦਾ ਨੈਗੇਟਿਵ ਅਸਰ ਸੀ ਉਹਨੂੰ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਇਹ ਡਿਸੀਜਨ ਲਿੱਤਾ ਗਿਆ, ਤਾਂ ਕਰਕੇ ਤੁਹਾਨੂੰ ਪੈਨਿਕ ਹੋਣ ਦੀ ਲੋੜ ਨਹੀਂ। ਹੋਰ ਅਜੇ ਐਕਸਪਰਟ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤਾਂ ਕਿ ਕਿਤੇ ਵੀ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਹਿਮ ਹੈ ਉਹ ਤੁਹਾਡਾ ਦੂਰ ਹੋ ਜਾਊਗਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਕੇਂਦਰ ਸਰਕਾਰ ਵੱਲੋਂ ਜਿਹੜੀਆਂ 14 ਮੈਡੀਸਿਨਸ ਬੈਨ ਕੀਤੀਆਂ ਗਈਆਂ ਨੇ, ਉਹਨਾਂ ਨੂੰ ਲੈ ਕੇ AV18 ਵੱਲੋਂ ਜਿਹੜਾ ਇਨੀਸ਼ੀਏਟਿਵ ਚਲਾਇਆ ਗਿਆ ਕਿ ਉਹ ਚੀਜ਼ਾਂ ਦਾ ਕੀ ਇਫੈਕਟ ਤੇ ਇੰਪੈਕਟ ਆਮ ਬੰਦੇ ਤੇ ਮੈਡੀਕਲ ਸਟੋਰਾਂ ਤੇ ਡਾਕਟਰਾਂ ਤੇ ਜਾਂ ਇਹ ਚੀਜ਼ ਦਾ ਕਿਤੇ ਤੇ ਕਿਸ ਹਿਸਾਬ ਦਾ ਇੰਪੈਕਟ ਪੈ ਰਿਹਾ ਹੈ, ਉਹਨੂੰ ਲੈ ਕੇ ਜਿੱਥੇ ਅਸੀਂ ਐਕਸਪਰਟਸ ਸਾਡੇ ਖੰਨੇ ਦੇ SMO ਡਾਕਟਰ ਸਾਹਿਬ ਭਸੀਨ ਨਾਲ ਤੁਹਾਡੀ ਗੱਲ ਕਰਾਈ, ਉਸ ਤੋਂ ਬਾਅਦ ਖੰਨਾ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਮੈਡੀਕਲ ਹੈੱਡ ਨੇ ਪ੍ਰਿਤਪਾਲ ਜੀ, ਉਹਨਾਂ ਨਾਲ ਗੱਲ ਕਰਾਈ, ਤੇ ਹੁਣ ਅਸੀਂ ਪਹੁੰਚੇ ਸਾਡੇ ਖੰਨੇ ਦੇ ਬੜੇ ਫੇਮਸ ਖੰਨਾ ਨਰਸਿੰਗ ਹੋਮ ਦੇ ਡਾਕਟਰ ਰਣਜੀਤ ਖੰਨਾ ਜੀ ਕੋਲ। ਬੜਾ ਉਹਨਾਂ ਦਾ ਅੱਜ ਬਿਜ਼ੀ ਸ਼ੈਡਿਊਲ ਸੀ, ਬਟ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਕਿ ਸਾਰੇ ਇਹ ਚੀਜ਼ ਨੂੰ ਲੈ ਕੇ ਪਬਲਿਕ 'ਚ ਕਿਤੇ ਨਾ ਕਿਤੇ ਅਸਮੰਜਸ ਦਾ ਮਾਹੌਲ ਹੈ, ਤਾਂ ਉਹਨਾਂ ਨੇ ਸਾਡੇ ਲਈ ਇਸ ਰਿਕੁਐਸਟ ਦੇ ਉੱਤੇ ਟਾਈਮ ਕੱਢਿਆ। ਆਓ ਜਾਣਦੇ ਹਾਂ ਉਹਨਾਂ ਤੋਂ ਕਿ ਇਹ 14 ਜਿਹੜੀਆਂ ਮੈਡੀਸਿਨ ਬੈਨ ਹੋਈਆਂ ਨੇ, ਇਹਨਾਂ ਦਾ ਕੀ ਇੰਪੈਕਟ ਤੇ ਇਫੈਕਟ ਹੈ। ਪਹਿਲਾਂ ਤਾਂ ਸਰ ਵੈਲਕਮ, ਤੇ ਸਰ ਤੁਹਾਡੇ ਹਿਸਾਬ ਨਾਲ ਜਿਹੜਾ ਇਹ ਕੇਂਦਰ ਸਰਕਾਰ ਵੱਲੋਂ ਡਿਸੀਜਨ ਲਿੱਤਾ ਗਿਆ ਹੈ, ਇਹਦਾ ਕੀ ਬੈਨੀਫਿਟ ਤੇ ਕੀ ਲਾਸ ਹੋ ਸਕਦਾ? ਮੈਂ ਪਹਿਲਾਂ ਤਾਂ AV18 ਨਿਊਜ਼ ਚੈਨਲ, ਵਿੱਕੀ ਵਡੇਰਾ ਜੀ ਤੇ ਵਾਲੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਮੁੱਦੇ ਨੂੰ ਉਠਾ ਰਹੇ ਹੋ ਔਰ ਜਨਤਾ ਨੂੰ ਇਹਦੇ ਬਾਰੇ ਅਵੇਅਰ ਕਰ ਰਹੇ ਹੋ।
ਦੇਖੋ ਇਹ ਜਿਹੜੇ ਕੰਬੀਨੇਸ਼ਨ ਸੀਗੇ ਇਹ ਇਰੈਸ਼ਨਲ ਸੀਗੇ, ਓਵਰ ਦੀ ਕਾਊਂਟਰ ਅਵੇਲੇਬਲ ਸੀਗੇ, ਜਨਤਾ ਨੂੰ ਇਹ ਦਵਾਈਆਂ ਖਾ ਕੇ ਸਾਈਡ ਇਫੈਕਟ ਹੋ ਰਿਹਾ ਸੀਗਾ। ਇਸ ਲਈ ਸਾਇੰਟੀਫਿਕ ਮਾਹਿਰਾਂ ਦੀ, ਡਾਕਟਰਸ ਦੀ ਰਾਏ ਲੈ ਕੇ ਹੀ ਸਰਕਾਰ ਨੇ ਇਹਨਾਂ ਨੂੰ ਬੈਨ ਕੀਤਾ ਹੈ। ਇਹ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਇਹ ਬੈਨ ਹੋਣੀਆਂ ਚਾਹੀਦੀਆਂ ਸੀ। ਜਿਵੇਂ ਕਿ ਸਰ ਨੇ ਕਿਹਾ ਇਹ ਬੜਾ ਐਪਰੀਸ਼ੀਏਬਲ ਸਟੈਪ ਹੈ ਵੀ ਇਹ ਬੜੀਆਂ ਪਹਿਲਾਂ ਹੀ ਬੈਨ ਹੋ ਜਾਣੀਆਂ ਚਾਹੀਦੀਆਂ ਸੀ। ਸਰ ਆਪਾਂ ਦੇਖਿਆ ਕਿ ਬੜੀ ਲੰਬੇ ਸਮੇਂ ਤੋਂ ਇਹ ਟ੍ਰੀਟਮੈਂਟ ਦਾ ਹਿੱਸਾ ਰਹੀਆਂ ਨੇ ਇਹਨਾਂ 14 ਦੇ ਵਿੱਚੋਂ ਕੁਝ ਮੈਡੀਸਿਨ, ਹੁਣ ਉਹ ਟ੍ਰੀਟਮੈਂਟ ਤੋਂ ਹਟ ਜਾਣਗੀਆਂ ਤਾਂ ਸਰ ਜਿਹੜੇ ਬੰਦੇ ਜਿਨ੍ਹਾਂ ਦੀ ਬਾਡੀ ਸਮਝ ਲਓ ਕਿ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦੀ ਡਿਪੈਂਡ ਹੋਗੀ, ਉਹਨਾਂ ਨੂੰ ਇਹ ਚੀਜ਼ ਦਾ ਕੋਈ ਨੁਕਸਾਨ ਝੱਲਣਾ ਪੈ ਸਕਦਾ ਸਰ? ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਲੋਕੀ ਆਪਣੇ ਆਪ ਲੈ ਕੇ ਬਿਨਾਂ ਡਾਕਟਰੀ ਕੰਸਲਟੇਸ਼ਨ ਤੋਂ ਇਹਨਾਂ ਨੂੰ ਯੂਜ਼ ਕਰ ਰਹੇ ਸੀ, ਇਸ ਲਈ ਉਹਨਾਂ ਦੇ ਸਾਈਡ ਇਫੈਕਟ ਹੋ ਰਹੇ ਸੀ। ਇਹਨਾਂ 'ਚ ਕੋਈ ਹਾਰਡਲੀ ਕੋਈ ਐਸੀ ਦਵਾਈ ਹੈ ਜਿਹੜੀ ਕਿ ਐਡਿਕਟਿਵ ਹੋਵੇ, ਕੋਈ ਐਸੀ ਗੱਲ ਨਹੀਂ ਹੈ। ਲੋਕਾਂ 'ਤੇ ਇਹਨਾਂ ਦਾ ਅੱਛਾ ਅਸਰ ਹੀ ਹੋਏਗਾ ਇਹਨਾਂ ਨੂੰ ਬੈਨ ਕਰਨ ਦਾ। ਜਿਵੇਂ ਕਿ ਸਰ ਨੇ ਕਿਹਾ ਵਾ ਕਿ ਬਿਲਕੁਲ ਸਿਹਤ ਦੇ ਉੱਤੇ ਪੋਜ਼ਿਟਿਵ ਇਫੈਕਟ ਹੀ ਦੇਖਣ ਨੂੰ ਮਿਲੂਗਾ ਜੇਕਰ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਬਿਨਾਂ ਤੁਸੀਂ ਲੋਕ ਇਹ ਚੀਜ਼ ਨੂੰ ਵਰਤਦੇ ਸੀ, ਉਹਦੇ ਬਾਰੇ ਕੋਈ ਟਿੱਪਣੀ। ਬਟ ਮਾਹਰਾਂ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਜੇਕਰ ਅੰਡਰ ਡਾਕਟਰ ਆਬਜ਼ਰਵੇਸ਼ਨ, ਅੰਡਰ ਡਾਕਟਰ ਪ੍ਰਿਸਕ੍ਰਿਪਸ਼ਨ ਜੇਕਰ ਤੁਸੀਂ ਇਹਨਾਂ ਨੂੰ ਲੈ ਰਹੇ ਸੀ ਤਾਂ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਊਗਾ। ਤਾਂ ਸਰ ਤੁਹਾਡੇ ਹਿਸਾਬ ਦੇ ਨਾਲ ਕੁਝ ਹੋਰ ਮੈਡੀਸਿਨਸ ਵੀ ਇਹੋ ਜਿਹੀਆਂ ਹੈਗੀਆਂ ਨੇ ਸਰ ਕਿ ਜਿਨ੍ਹਾਂ ਦੇ ਬਾਰੇ ਹਜੇ ਪਲਾਨ ਚੱਲਦਾ ਹੋਵੇ ਇਨ ਫਿਊਚਰ ਦੇ ਵਿੱਚ ਉਹ ਵੀ ਬੈਨ ਹੋ ਸਕਦੀਆਂ ਹੋਣ? ਬਿਲਕੁਲ, ਇਸ ਗੱਲ 'ਤੇ ਕੌਨਸਟੈਂਟ ਰਿਸਰਚ ਸਰਕਾਰ ਦੀ ਚੱਲਦੀ ਰਹਿੰਦੀ ਹੈ ਔਰ ਜਿਸ ਤਰ੍ਹਾਂ ਹੋਰ ਰਿਕਮੈਂਡੇਸ਼ਨ ਆਉਂਦੀਆਂ ਉਹ ਦਵਾਈਆਂ ਵੀ ਬੈਨ ਹੋਣਗੀਆਂ। ਥੈਂਕ ਯੂ ਵੈਰੀ ਮਚ ਸਰ। ਜਿਵੇਂ ਕਿ ਖੰਨਾ ਸਾਹਿਬ ਬਹੁਤ ਬਹੁਤ ਸਰ ਤੁਹਾਡਾ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ। ਕਿਉਂਕਿ ਪਬਲਿਕ ਦੇ ਵਿੱਚ ਕਿਤੇ ਨਾ ਕਿਤੇ ਇੱਕ ਅਸਮੰਜਸ ਦੀ ਸਥਿਤੀ ਸੀਗੀ, ਉਹ ਜਾਣਨਾ ਚਾਹੁੰਦੇ ਸੀ ਕਿ ਇਹ ਜਿਹੜੀਆਂ 14 ਡਰੱਗ ਬੈਨ ਹੋਈਆਂ ਨੇ ਇਹਨਾਂ ਦਾ ਕੀ ਇਫੈਕਟ ਤੇ ਇੰਪੈਕਟ ਹੈ। ਇਹਨਾਂ ਦਾ ਬਿਲਕੁਲ ਪੋਜ਼ਿਟਿਵ ਹੀ ਇਫੈਕਟ ਹੈ ਤੇ ਤੁਹਾਡੀ ਬਾਡੀ ਨਾਲ ਇਹਨਾਂ ਦੇ ਕੋਈ ਨੈਗੇਟਿਵ ਇੰਪੈਕਟ ਨਹੀਂ ਪਊਗਾ। ਤਾਂ ਕਰਕੇ ਇਹ ਚੀਜ਼ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਗੁੰਮਰਾਹ ਹੋਣ ਦੀ ਜ਼ਰੂਰਤ ਨਹੀਂ, ਕਿਸੇ ਅਫਵਾਹਾਂ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ। ਤਾਂ ਕਰਕੇ ਸਾਡਾ ਚੈਨਲ ਫਿਰ ਇਹ ਜਿਹੀ ਕਿਸੇ ਮੁੱਦੇ ਨੂੰ ਲੈ ਕੇ ਤੁਹਾਡੇ ਤੱਕ ਪਹੁੰਚੂਗਾ ਤੇ ਤੁਹਾਨੂੰ ਉਹ ਚੀਜ਼ ਦੀ ਕੀ ਪੋਜ਼ਿਟਿਵ ਕੀ ਰਿਐਲਿਟੀ ਹੈ ਤੁਹਾਡੇ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਸਰ।